ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਤੋਂ ਖੋਲ੍ਹਣ ਦੇ ਲਈ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਲਾਂਘਾ ਜੋ ਕਿ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਤਿਆਰ ਹੋਇਆ ਹੈ, ਉਸ ਨੂੰ ਮੁੜ ਤੋਂ ਖੋਲ੍ਹਿਆ ਜਾਵੇ। ਉਹਨਾਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਵਾਇਰਸ ਨੂੰ ਲੈ ਕੇ ਹਦਾਇਤਾਂ ਦਾ ਪਾਲਣ ਕਰਦੇ ਹੋਏ ਲਾਂਘਾ ਖੋਲ੍ਹਿਆ ਜਾਵੇ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ ਨੂੰ ਉਹਨਾਂ ਨੇ ਹਿਸਾਬ ਦੀ ਗਲਤੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸੇ ਨਾਲ ਹੀ ਉਹਨਾਂ ਵੱਲੋਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਦੱਸਦੇ ਹੋਏ ਇਸ ਦਾ ਸਵਾਗਤ ਵੀ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰਪੁਰ ਇੱਕ ਐਸੀ ਪਵਿੱਤਰ ਸਥਲੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੂਸਰਾ ਜਾਮਾ ਬਦਲਿਆ ਔਰ ਪਹਿਲੇ ਜਾਮੇ ਦੇ ਆਖਰੀ 18 ਸਾਲ ਉੱਥੇ ਖੇਤੀ ਕਰਦਿਆਂ ਹੋਇਆਂ, ਸ਼ਹਿਰ ਵਸਾਉਂਦਿਆਂ ਹੋਇਆਂ ਔਰ ਪਾਰ ਬ੍ਰਹਮ ਪਰਮੇਸ਼ਵਰ ਦੇ ਸਰਬ ਸਾਂਝੀਵਾਲਤਾ ਦੇ ਸਿਧਾਂਤ ਨੂੰ ਦ੍ਰਿੜ ਕਰਦਿਆਂ ਸੰਸਾਰ ਨੂੰ ਭੇਟ ਕੀਤਾ ਹੈ। ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਰਹੀ ਹੈ ਕਿ ਦੋਵਾਂ ਦੇਸ਼ਾਂ ਦੀ ਪਹਿਲ 'ਤੇ ਕਾਫੀ ਵੱਡਾ ਖਰਚ ਕਰਕੇ ਤੇ ਵਿਦਆਊਟ ਐਨੀ ਵੀਜ਼ਾ ਇਸ਼ੂਐਂਸ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਔਰ ਖਾਸ ਕਰਕੇ ਭਾਰਤੀ ਸਿੱਖਾਂ ਲਈ ਜਾਂ ਭਾਰਤੀ ਹੋਰ ਸ਼ਰਧਾਲੂਆਂ ਲਈ ਇੱਕ ਵਧੀਆ ਕੋਰੀਡੋਰ ਆਇਆ, ਜਿਸ ਕਰਕੇ ਸਿੱਖ ਹਿਰਦਿਆਂ ਵਿੱਚ ਖਾਸ ਕਰਕੇ ਖੁਸ਼ੀ ਦੀ ਲਹਿਰ ਬਣੀ ਔਰ ਲੋਕਾਂ ਜਾ ਕੇ ਮਹਾਰਾਜ ਜੀ ਦੇ ਕਰਤਾਰਪੁਰ ਦੇ ਦਰਸ਼ਨ ਕੀਤੇ। ਪਰ ਇਹ ਜਿਹੜਾ ਕੋਵਿਡ ਕ੍ਰਾਈਸਿਸ ਹੈ, ਇਸ ਕਰਕੇ ਇਹਨਾਂ ਦਿਨਾਂ ਵਿੱਚ ਉਹ ਲਾਂਘਾ ਬੰਦ ਹੈ। ਉਸ ਵਾਸਤੇ ਸੰਗਤਾਂ ਦੀ ਪੁਰਜ਼ੋਰ ਮੰਗ ਹੈ ਕਿ ਸੋਸ਼ਲ ਡਿਸਟੈਂਸਿੰਗ ਦੀ ਮਰਿਆਦਾ ਨੂੰ ਖਿਆਲ 'ਚ ਰੱਖਦਿਆਂ ਹੋਇਆਂ ਹਰ ਰੋਜ਼ ਸੰਗਤਾਂ ਜਾ ਕੇ ਦਰਸ਼ਨ ਕਰਨ, ਐਸਾ ਪ੍ਰਬੰਧ ਕੀਤਾ ਜਾਵੇ। ਪਾਕਿਸਤਾਨ ਵਿੱਚ ਲੋਕਡਾਊਨ ਨਾਮ ਮਾਤਰ ਹੈ ਅਤੇ ਭਾਰਤ ਵਿੱਚ ਧਰਮ ਅਸਥਾਨਾਂ 'ਤੇ ਕੋਈ ਲੋਕਡਾਊਨ ਫਿਲਹਾਲ ਨਹੀਂ ਹੈ। ਉੱਥੇ ਸੋਸ਼ਲ ਡਿਸਟੈਂਸਿੰਗ ਦੀ ਨਿਯਮਾਵਲੀ ਨੂੰ ਪੂਰਾ ਕਰਦਿਆਂ ਸਾਰੇ ਹੀ ਧਾਰਮਿਕ ਅਸਥਾਨਾਂ 'ਤੇ ਦਰਸ਼ਨ ਦੀਦਾਰ ਕੀਤੇ ਜਾ ਸਕਦੇ ਨੇ। ਇਸ ਲਈ ਸੰਗਤਾਂ ਦੀ ਪੁਰਜ਼ੋਰ ਮੰਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੁਣ ਖੋਲ੍ਹ ਦਿੱਤਾ ਜਾਣਾ ਚਾਹੀਦਾ ਔਰ ਸੰਗਤਾਂ ਉਸੇ ਹਿਸਾਬ ਨਾਲ ਮਾਰਕਿੰਗ ਕਰ ਲੈਣ ਵੀ ਇੰਨੇ ਫਿੱਟ 'ਤੇ ਖੜ੍ਹੇ ਹੋਣਾ, ਇੱਕ ਦੂਜੇ ਦੇ ਜ਼ਿਆਦਾ ਲਾਗੇ ਨਹੀਂ ਹੋਣਾ, ਮਾਸਕ ਪਾ ਕੇ ਰੱਖਣਾ ਅਤੇ ਜਿਹੜੇ ਦਰਸ਼ਨ ਦੀਦਾਰਾਂ ਤੋਂ ਵਾਂਝੇ ਹਿਰਦੇ ਹੋ ਰਹੇ ਨੇ ਉਹਨਾਂ ਨੂੰ ਬਹੁਤ ਲਾਭ ਮਿਲੇਗਾ। ਔਰ ਪਾਕਿਸਤਾਨ ਸਰਕਾਰ ਨੂੰ ਵੀ ਟੂਰਿਜ਼ਮ ਦੇ ਹਿਸਾਬ ਨਾਲ ਜੋ ਉਹਨਾਂ ਨੇ ਫੀਸ ਆਦਿਕ ਰੱਖੀਆਂ ਨੇ ਉਹਨਾਂ ਨੂੰ ਵੀ ਲਾਭ ਹੋਏਗਾ। ਹੋਰ ਜਿਹੜੇ ਸੰਬੰਧਿਤ ਕਰਮਚਾਰੀ ਨੇ ਉੱਥੇ ਉਹਨਾਂ ਨੂੰ ਵੀ ਲਾਭ ਹੋਏਗਾ ਅਤੇ ਹਰ ਤਰ੍ਹਾਂ ਦਾ ਦੋਹਾਂ ਦੇਸ਼ਾਂ ਨੂੰ ਲਾਭ ਹੋਏਗਾ। ਅਸੀਂ ਤਾਂ ਕਾਮਨਾ ਇਹ ਕਰਦੇ ਹਾਂ ਕਿ ਸਿਰਫ ਕੋਰੀਡੋਰ ਹੀ ਨਾ ਖੁੱਲ੍ਹੇ ਬਲਕਿ ਸਾਰਾ ਬਾਰਡਰ ਹੀ ਖੁੱਲ੍ਹ ਜਾਏ ਅਤੇ ਫਿਰ ਤੋਂ ਅਸੀਂ ਪੁਰਾਤਨ ਭਾਰਤ ਦੇ ਦਰਸ਼ਨ ਕਰ ਸਕੀਏ, ਸੀਮਾਵਾਂ ਖਤਮ ਹੋਣ ਅਤੇ ਸੁਹਿਰਦਤਾ ਦਾ ਇਜ਼ਾਫਾ ਹੋਵੇ। ਇਸ ਲਈ ਮੈਂ ਆਪਣੇ ਵੱਲੋਂ ਵੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਸੰਬੰਧਿਤ ਮਹਿਕਮਿਆਂ ਨੂੰ ਅਪੀਲ ਕਰਦਾ ਕਿ ਉਹ ਆਪਣਾ ਦਖਲ ਦੇ ਕੇ ਔਰ ਪ੍ਰਾਇਓਰਟੀ ਬੇਸਿਸ 'ਤੇ ਜਲਦੀ ਤੋਂ ਜਲਦੀ ਕਰਤਾਰਪੁਰ ਦਾ ਲਾਂਘਾ ਜਿਹੜਾ ਉਹਨੂੰ ਓਪਨ ਕੀਤਾ ਜਾਏ ਤਾਂ ਕਿ ਸਿੱਖ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਜਿਹੜੀ ਹੈ ਸਰੀਰ ਨਿਵਾਰਣ ਸਥਲੀ ਜੋਤੀ ਜੋਤ ਸਮਾਵਣ ਦਾ ਜੋ ਅਸਥਾਨ ਹੈ ਉਹਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਸਕਣ ਔਰ ਸਾਰੇ ਸੰਸਾਰ ਲਈ ਅਮਨ ਅਤੇ ਸ਼ਾਂਤੀ ਦੀ ਪ੍ਰਾਰਥਨਾ ਕਰਦਿਆਂ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜੀ ਲੈ ਕੇ ਐਸਜੀਪੀਸੀ ਦੇ ਕਾਫੀ ਸਵਾਲ ਉੱਠ ਰਹੇ ਨੇ, ਬੀਤੇ ਕਈ ਦਿਨਾਂ ਤੋਂ ਕਈ ਜਿਹੜੀ ਜਥੇਬੰਦੀਆਂ ਵੀ ਵਿਰੋਧ ਕਰ ਰਹੇ। ਤੁਹਾਨੂੰ ਵੀ ਲੱਗਦਾ ਹੈ ਕਿ ਮਾਮਲਾ ਕੀ ਹੈ ਅਸਲ ਦੇ ਵਿੱਚ?
ਇਹ ਨਹੀਂ ਹੋਇਆ। ਦੇਖੋ, ਜੋ ਸਾਡੇ ਜਿੰਨਾ ਕੁ ਸਾਡੀ ਸਮਝ ਵਿੱਚ ਆਇਆ ਹੈ ਜਾਂ ਜਿੰਨਾ ਕੁ ਸਾਨੂੰ ਲਿਖ ਕੇ ਮਿਲਿਆ ਹੈ, ਉਸ ਮੁਤਾਬਕ ਮੈਂ ਇਹ ਕਹਿ ਸਕਦਾ ਕਿ ਸਰੂਪ ਗਾਇਬ ਹੋਏ ਹੋਣ, ਐਸੀ ਗੱਲ ਨਹੀਂ ਹੈ। ਹਾਂ, ਪੈਸੇ ਦੇ ਹਿਸਾਬ ਕਿਤਾਬ ਵਿੱਚ, ਇੰਟਰੀਆਂ ਵਿੱਚ ਔਰ ਕਈ ਖਾਨਿਆਂ 'ਚ ਰੀਰਾਈਟ ਹੋਇਆ, ਦੁਬਾਰੇ ਕੁਝ ਕੱਟਿਆ ਗਿਆ, ਕੁਝ ਲਿਖਿਆ ਗਿਆ, ਜਿੱਥੋਂ ਸਥਿਤੀ ਸ਼ੱਕ ਦੀ ਬਣੀ। ਉਸ ਵਾਸਤੇ ਕੁਝ ਨਾਮ ਵੀ ਆਏ, ਜਿਨ੍ਹਾਂ ਨਾਵਾਂ ਨੂੰ ਲੈ ਕੇ ਤੁਰੰਤ ਪੰਜ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਵੱਲੋਂ ਸਖਤ ਐਕਸ਼ਨ ਲਿਆ ਗਿਆ। ਉਸ ਲਈ ਕੁਛ ਨੂੰ ਅਹੁਦਿਆਂ ਤੋਂ ਬਰਤਰਫ ਕੀਤਾ ਗਿਆ, ਕੁਛ 'ਤੇ ਫੌਜਦਾਰੀ ਕੇਸ ਕਰਨ ਲਈ ਵੀ ਕਿਹਾ ਗਿਆ। ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਪੜਤਾਲੀਆ ਸੰਸਥਾ ਹੈ, ਉਹ ਪੜਤਾਲ ਕਰ ਰਹੀ ਹੈ, ਅਤੇ ਜੋ ਵੀ ਪੜਤਾਲ ਵਿੱਚ ਸਾਹਮਣੇ ਆਵੇਗਾ, ਜੋ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਇੱਕ ਜੀ ਐਸਜੀਪੀਸੀ ਚੋਣਾਂ ਹੋ ਰਹੀਆਂ ਨੇ, ਖਾਸ ਕਰਕੇ ਅਗਲੇ ਦਿਨ ਹੋ ਰਹੇ ਜਨਰਲ ਇਜਲਾਸ ਦੀ ਮੀਟਿੰਗ ਵੀ ਹੈ। ਤੁਹਾਨੂੰ ਕੀ ਲੱਗਦਾ ਹੈ ਜੀ, ਕਿਹੋ ਜਿਹਾ ਰਹੇਗਾ, ਕਿੰਨਾ ਕੁ ਅਸਰ ਪਏਗਾ ਸਿੱਖ ਜਗਤ 'ਤੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਸ਼੍ਰੇਣੀ ਹੈ, ਨੁਮਾਇੰਦਾ ਜਮਾਤ ਹੈ। ਉਹ ਬਹੁਤ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਹੈ, ਜਿਸ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਸਥਾਪਿਤ ਕੀਤੀ ਗਈ ਹੈ। ਸਿੱਖਾਂ ਦੀ ਇੱਕ ਬਹੁਤ ਸ਼ਕਤੀਸ਼ਾਲੀ ਸੰਸਥਾ ਹੈ ਔਰ ਡੈਮੋਕ੍ਰੈਟਿਕ ਵੇ ਨਾਲ ਚੱਲਦੀ ਹੈ। ਇਸ ਲਈ ਇਲੈਕਸ਼ਨ ਹੋਣੇ ਜਿਹੜੇ ਹੈਗੇ ਨੇ, ਉਹ ਬਾਕਾਇਦਾ ਹੁੰਦੇ ਹੀ ਆਏ ਨੇ ਅਤੇ ਹੁੰਦੇ ਹੀ ਰਹਿਣਗੇ। ਜੋ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨਿਰਧਾਰਿਤ ਕਰੇਗਾ ਜਾਂ ਨਿਰਧਾਰਿਤ ਕਰਦਾ ਹੈ, ਉਸ ਅਨੁਸਾਰ ਸਾਰਾ ਪ੍ਰੋਸੈਸ ਜਿਹੜਾ ਉਹ ਚੱਲਦਾ ਹੈ, ਅਤੇ ਉਹਦੇ ਵਿੱਚ ਕੋਈ ਐਸੀ ਨਵੀਂ ਗੱਲ ਨਹੀਂ ਹੈ ਕਿ ਇਲੈਕਸ਼ਨ ਹੋਣਗੇ। ਹੁੰਦੇ ਆਏ ਹਨ ਅਤੇ ਹੁੰਦੇ ਰਹੇ ਨੇ ਅਤੇ ਹੁੰਦੇ ਰਹਿਣਗੇ।